सत श्री अकाल जी। चैनल पंजाबी देख रहे सारे दर्शकों का मैं शेरी स्वागत करती हाँ। बुलेटिन का आगाज कर लैने हैडलाइंस के नाल। 64 एवेन्यू के 175 ए स्ट्रीट को दिता गया गुरु नानक विलेज वे का नाम पंजाबी ते अंग्रेजी दे विच लगाया गया स्ट्रीट ते साइन बोर्ड। बीसी वालों एग्रीटेक नवीनताकारी लई नवे सेंटर की शुरुआत। सूबे वालों घर दे विच ही कीता जाएगा भोजन पैदा करन दा प्रबंध। दक्षिणी ओंटारियो के बहुते हिस्से दे विच गैस दीआं कीमतां घटण दे सार गैस टैंक भरवाउण वाले शनिवार तक करो इंतजार। खबरां विस्तार दे नाल ते सब तो पहला खुशखबरी। सरी दे मेयर डग मकलम दे वल्लों 175 ए ते 64 एवेन्यू नो गुरु नानक विलेज वे दा नाम दिता गया, जो कि साउथ एशियन कम्यूनिटी ते पंजाबियों दे लई माण वाली गल है। इस मौके सिटी कौंसलर, मौजूदा मेयर ते सरी सिटी चोणां दे विच हिस्सा लैण वाले नवे नुमाइंदे भी शामिल होए। पिक्स नॉन प्रॉफिट सोसाइटी जो कि बजुर्गों की देखभाल सेवावां ते हाउसिंग प्रोग्रामां समेत कई सेवावां प्रदान करदी है ने इस मौके अपनी खुशी सांझे करते हुए गुरु नानक डायवर्सिटी विलेज ते स्ट्रीट सेवावां संबंधी सिटी का धन्नवाद भी किया। गुरु नानक वे दा साइन बोर्ड जिहड़ा है वो अंग्रेजी ते पंजाबी दोवां भाषावां दे विच लगाया गया। इस मौके सुख धालीवाल ने मेयर चुने जाण ते इस स्ट्रीट का नाम किसी होर तरीके दे नाल रखण दा दावा भी किया, जिस दे उत्ते जिनी सिम्स ने हालांकि अपने तरीके दे नाल चुटकी भी लई। आओ देखदे हां की ਹੁੰਦਾ इस इवेंट ਦੇ ਵਿੱਚ। तो ਹੁਣ ਜਦੋਂ ਤੁਸੀਂ ਕਲੋਵਰਡੇਲ ਨੂੰ ਆਣਾ ਹੈ ਤਾਂ ਤੁਹਾਨੂੰ ਇੱਕ ਸਾਈਨ ਬੋਰਡ ਲੱਗਿਆ ਦਿਖੇਗਾ, ਜਿਹੜਾ ਕਿ ਅੱਜ ਕਹਿ ਸਕਦੇ ਆ ਕਿ ਪੰਜਾਬੀਆਂ ਦੇ ਲਈ, ਸਿੱਖਿਆਂ ਦੇ ਲਈ, ਸਾਊਥ ਏਸ਼ੀਅਨ ਕਮਿਊਨਿਟੀ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ। ਜਿਵੇਂ ਤੁਸੀਂ ਮੇਰੇ ਪਿੱਛੇ ਸਾਈਨ ਦੇਖ ਸਕਦੇ ਹੋ ਕਿ 64 ਐਵੇਨਿਊ ਯਾਨੀ 64 ਐਵੇਨਿਊ ਤੇ 175 ਏ ਸਟਰੀਟ ਤੇ ਜਦੋਂ ਤੁਸੀਂ ਆਣਾ ਤਾਂ ਤੁਹਾਨੂੰ ਉੱਥੇ ਲਿਖਿਆ ਮਿਲੇਗਾ ਗੁਰੂ ਨਾਨਕ ਵਿਲੇਜ ਵੇ। ਸੋ ਇਸ ਸਟਰੀਟ ਦਾ ਨਾਮ ਜਿਹੜਾ ਜੋ ਉਦਘਾਟਨ ਕੀਤਾ ਗਿਆ, ਬਹੁਤ ਸਾਰੇ ਇੱਥੇ ਮਿਨਿਸਟਰ ਪਹੁੰਚੇ ਹੋਏ ਨੇ, ਸਿਟੀ ਦੇ ਵੱਲੋਂ ਇਹ ਤੋਹਫਾ ਦਿੱਤਾ ਗਿਆ। ਸੁਖ ਧਾਲੀਵਾਲ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰ ਲੈਂਦੇ ਆ। ਤੁਸੀਂ ਤਾਂ ਹੁਣ ਸਿਟੀ ਦੇ ਲਈ ਵੀ ਮੇਅਰ ਚੋਣ ਦੇ ਲਈ ਹੈਗੇ ਉਮੀਦਵਾਰ, ਠੀਕ ਹੈ? ਕੀ ਲੱਗਦਾ ਇਹ ਤੋਹਫਾ ਕਿੰਨਾ ਕੁ ਅਹਿਮ ਸੀਗਾ ਕਮਿਊਨਿਟੀ ਲਈ? ਦੇਖੋ ਇਹ ਬੜਾ ਅਹਿਮ ਹੈ, ਕਿਉਂਕਿ ਸਾਨੂੰ ਪਹਿਲਾਂ ਤਾਂ ਜਿਹੜਾ ਡਾਈਵਰਸਿਟੀ ਵਿਲੇਜ ਆ ਇਹ ਅਹਿਮ ਆ ਸਾਡੀ ਕਮਿਊਨਿਟੀ ਲਈ, ਔਰ ਮੈਂ ਵਧਾਈ ਦੇਣਾ ਪਿਕਸ ਨੂੰ ਜਿਨ੍ਹਾਂ ਨੇ ਇਹ ਹਿੰਮਤ ਕੀਤੀ ਖੋਲ੍ਹਣ ਦੀ। ਔਰ ਦੂਸਰਾ ਜਦੋਂ ਆਪਾਂ ਸਟਰੀਟ ਨੇਮ ਦੀ ਗੱਲ ਕਰਦੇ ਹਾਂ ਤੇ ਬੜੀ ਵਧੀਆ ਗੱਲ ਹੈ, ਇਹ ਚੰਗਾ ਜੈਸਚਰ ਹੈਗਾ ਜਿਹੜਾ ਮੇਅਰ ਐਂਡ ਕਾਉਂਸਲ ਨੇ ਪਾਸ ਕੀਤਾ। ਪਰ ਮੈਂ ਇੱਕ ਗੱਲ ਦੱਸ ਦਿੰਦਾ ਵੀ ਜਿਹੜਾ 175 ਏ ਸਟਰੀਟ ਆ, ਜੇ ਅਸਲੀ ਨਾਂ ਕਰਨਾ ਹੈਗਾ ਤਾਂ ਉਹਦਾ ਨਾਂ ਹੀ ਜੇ ਹੈਗਾ ਗੁਰੂ ਨਾਨਕ ਵੇ ਹੀ ਚਾਹੀਦਾ ਹੈਗਾ, ਕਿਉਂਕਿ ਜਿਹੜਾ ਓਬਲੀਕ ਨੇ, ਮੈਂ ਅੱਗੇ ਦੇਖਿਆ ਸੀ ਵਿਨੀਪੈਗ 'ਚ ਗਿਆ, ਮੈਂ ਇੱਕ ਸਬ ਡਿਵੀਜ਼ਨ ਦੇਖਿਆ, ਉਹਦੇ ਵਿੱਚ ਹਰ ਇੱਕ ਸਟਰੀਟ ਦੇ ਉੱਤੇ ਡਾਕਟਰ ਚੀਮਾ ਦਾ, ਗੇਂਦਰਾ, ਪੂਰੇ ਸਬ ਡਿਵੀਜ਼ਨ ਸਾਊਥ ਏਸ਼ੀਅਨ ਨੇਮ ਸੀ, ਕਿਉਂਕਿ ਸਿੱਖ ਕਮਿਊਨਿਟੀ ਨੂੰ ਵੱਡਾ ਸਮਾਂ ਹੋ ਗਿਆ ਸਰੀ 'ਚ ਰਹਿੰਦੇ ਆ। ਔਰ ਜਦੋਂ ਇਹ ਡਾਈਵਰਸਿਟੀ ਵਿਲੇਜ ਦੀ ਗੱਲ ਕਰਦੇ ਹੈਗੇ ਆ ਤਾਂ ਇਹ ਬਹੁਤ ਚੰਗਾ ਲੱਗਿਆ। ਮੈਂ ਵਧਾਈ ਦਿੰਦਾ ਮੇਅਰ ਐਂਡ ਕਾਉਂਸਲ ਨੂੰ ਤੇ ਸਾਰੇ ਪਿਕਸ ਨੂੰ ਕਿ ਉਹਨਾਂ ਨੇ ਇਹ ਉਦਮ ਜਿਹੜਾ ਹੈਗਾ ਕੀਤਾ। ਬਟ ਇਟ ਵਿਲ ਗੋ ਫਰਦਰ ਕਿ ਜਦੋਂ ਇਹ ਪ੍ਰੋਜੈਕਟ ਬਣ ਜਾਂਦਾ ਤੇ ਨਵੇਂ ਮੇਅਰ ਤੇ ਕਾਉਂਸਲ ਦੀ ਚੋਣ ਹੁੰਦੀ ਆ ਤਾਂ ਇਹਦਾ ਅਸਲੀ ਨਾਂ ਜਿਹੜਾ ਹੈ ਸਟਰੀਟ ਦਾ ਉਹ 175 ਏ ਨੂੰ ਚੇਂਜ ਕਰਕੇ ਜੇ ਹੋ ਸਕਦਾ ਤਾਂ ਗੁਰੂ ਨਾਨਕ ਵਿਲੇਜ ਵੀ ਇਕੱਲਾ ਜਿਹੜਾ ਉਹ ਹੋਣਾ ਚਾਹੀਦਾ। ਉਹ ਅਸੀਂ ਜਿਹੜਾ ਹੈਗਾ ਦੇਖਣਾ ਚਾਹਾਂਗੇ ਜਿਹੜੀ ਵੀ ਮੇਅਰ ਐਂਡ ਕਾਉਂਸਲ ਅੱਗੇ ਆਉਂਦੀ ਆ। ਸੋ ਪਰ ਮੈਂ ਇਸ ਵੇਲੇ ਜਿਹੜੀ ਆ ਉਹ ਜ਼ਰੂਰ ਕਮਿਊਨਿਟੀ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ। ਥੈਂਕ ਯੂ ਸੋ ਮਚ ਧੰਨਵਾਦ ਜੀ। ਇਹ ਤੇ ਹੋਰ ਵੀ ਬਹੁਤ ਸਾਰੇ ਸਾਡੇ ਲੋਕ ਜੁੜੇ ਹੋਏ ਨੇ, ਐਮਐਲਏ ਜਿਨੀ ਸਿੰਘ ਜੀ ਹੋਣੀ ਉੱਥੇ ਪਹੁੰਚੇ ਹੋਏ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਵੀ ਜਿਹੜੀ ਹੈ ਸਾਡੀ ਗੱਲਬਾਤ ਇਸ ਵੇਲੇ ਹੋ ਪਾਏ। ਸੋ ਦੇਵ ਹੰਸ ਜੀ ਨਾਲ ਵੀ ਇੱਥੇ ਗੱਲ ਕਰਦੇ ਹਾਂ। ਦੇਵ ਹੰਸ ਜੀ, ਜਿਨੇ ਜੀ ਕਿੱਦਾਂ ਦਾ ਲੱਗ ਰਿਹਾ ਜੀ ਇਹ ਸਟਰੀਟ ਦਾ ਨਾਮ? ਕਮਿਊਨਿਟੀ ਲਈ ਤਾਂ ਬਹੁਤ ਵੱਡਾ ਤੋਹਫਾ, ਤੁਸੀਂ ਇਸ ਤੋਹਫੇ ਨੂੰ ਕਿਵੇਂ ਵੇਖਦੇ ਹੋ? ਦੇਖੋ ਇਹ ਕਮਿਊਨਿਟੀ ਦਾ ਹੱਕ ਆ, ਅਸੀਂ ਇੱਥੇ ਰਹਿੰਦੇ ਆ ਤੇ ਇੱਥੇ ਪੰਜਾਬੀ ਸਾਊਥ ਏਸ਼ੀਅਨ ਸਪੈਸੀਫਿਕ ਸੀਨੀਅਰ ਸੈਂਟਰ ਬਣਨ ਵਾਲਾ ਆ ਤੇ ਸਭ ਖੁਸ਼ੀ ਹੋ ਰਹੀ ਆ ਵੀ ਇਹ ਸਮਝ ਕੇ ਅਸ ਜੀ ਦਾ ਨਾਮ ਰੱਖਿਆ ਗਿਆ ਆ। ਗੁਰੂ ਨਾਨਕ ਦੇਵ ਜੀ ਦਾ ਨਾਮ ਤੋਂ ਹੀ ਸਾਰਿਆਂ ਨੂੰ ਜੋੜਨ ਆ ਤੇ ਸੇਵਾ ਦੀ ਗੱਲ ਆਉਂਦੀ ਆ ਤੇ ਇਸ ਕਰਕੇ ਮੈਂ ਨਹੀਂ ਕਹਿੰਦੀ ਵੀ ਇਹ ਤੋਹਫਾ ਆ, ਇਹ ਹੈਗੀ ਆ ਅਸਲੀਅਤ ਜਿਹੜੀ ਹੋਣੀ ਚਾਹੀਦੀ ਹੈ। ਜੀ ਹੋਰ ਕੋਈ ਮੈਸੇਜ? ਕਿਉਂਕਿ ਸੁਖ ਧਾਲੀਵਾਲ ਜੀ ਨੇ ਹੁਣੇ ਕਿਹਾ, ਉਹ ਕਹਿੰਦੇ ਜਦੋਂ ਮੈਂ ਮੇਅਰ ਚੁਣਿਆ ਗਿਆ ਤਾਂ ਇਹਦਾ ਪ੍ਰੋਪਰ ਨਾਮ ਜਿਹੜਾ ਹੈ ਨਾ ਗੁਰੂ ਨਾਨਕ ਵਿਲੇਜ ਵੇ ਰੱਖਾਂਗਾ, ਮੈਨੂੰ ਥੋੜਾ ਚੇਂਜ ਕਰਾਂਗਾ। ਤਾਂ ਲੱਗਦਾ ਇਹ 'ਚ ਕੋਈ ਚੇਂਜਸ ਦੀ ਲੋੜ ਹੈਗੀ ਹੈ? ਮੈਂ ਤਾਂ ਸਦਾ ਇਹ ਕਹਿੰਦੀ ਆ ਜੋ ਕੁਝ ਮਿਲਿਆ ਉਹਨੂੰ ਪਹਿਲਾਂ ਸੈਲੀਬ੍ਰੇਟ ਕਰੋ। ਬਹੁਤ ਵੱਡੀ ਗੱਲ ਹੈਗੀ ਆ ਵੀ ਅੱਜ ਇਸ ਸਟਰੀਟ ਦਾ ਨਾਮ ਸ੍ਰੀ ਗੁਰੂ ਨਾਨਕ ਵੇ ਬਣਿਆ ਰੱਖਿਆ ਗਿਆ ਆ। ਅੱਜ ਇਹ ਖੁਸ਼ੀ ਮਨਾਉਂਦੇ ਆ, ਅੱਗੇ ਕੀ ਹੋਣਾ ਬਹੁਤ ਵਕਤ ਹੈਗਾ।
ਜੀ ਬਿਲਕੁਲ ਥੈਂਕ ਯੂ ਸੋ Thank ਮਚ you ਜੀ। ਜਨੀ ਸਿਮਸ ਜੀ ਅਸੀਂ ਕੋਸ਼ਿਸ਼ ਕਰਦੇ ਕਿ ਹੋਰ ਵੀ ਜਿਹੜੇ ਮਿਨਿਸਟਰ ਨੇ ਸਾਡੀ ਉਹਨਾਂ ਨਾਲ ਗੱਲ ਹੋ ਸਕੇ ਰਚਨਾ ਸਿੰਘ ਜੀ ਜੁੜੇ ਹੋਏ ਨੇ ਰਚਨਾ ਜੀ ਇਹ ਕਿੱਡਾ ਕੁ ਵੱਡਾ ਤੁਹਾਨੂੰ ਤੋਹਫਾ ਇਸ ਵੇਲੇ ਨਜ਼ਰ ਆ ਰਿਹਾ ਕਮਿਊਨਿਟੀ ਲਈ ਪਿੱਛੇ ਢੋਲ ਵੱਜ ਰਹੇ ਨੇ ਕਿੰਨਾ ਵਧੀਆ ਸੈਲੀਬ੍ਰੇਸ਼ਨ ਹੋ ਰਿਹਾ ਔਰ ਇਸ ਦਿਨ ਦਾ ਤਾਂ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਵੀ ਕਮਿਊਨਿਟੀ ਨੂੰ ਇਹ ਜਦੋਂ ਵੀ ਸਟਰੀਟ ਦੇ ਉੱਤੇ ਆਉਣ ਤਾਂ ਉਹਨਾਂ ਨੂੰ ਇਹ ਤੋਹਫਾ ਜ਼ਰੂਰ ਮਿਲਣਾ ਚਾਹੀਦਾ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਹੇਠ ਜਿਹੜਾ ਇਹ ਸਟਰੀਟ ਦਾ ਨਾਮ ਰੱਖਿਆ ਗਿਆ ਇਹ ਇੱਕ ਲੱਗਦਾ ਹੈ ਕਿ ਹਰ ਕਿਸੇ ਦੀ ਗੱਡੀ ਇੱਥੇ ਰੁਕਣੀ ਕਮਿਊਨਿਟੀ 'ਚ ਜੀ ਬਿਲਕੁਲ ਮੈਂ ਕਹੂੰਗੀ ਕਿ ਸਰੀ ਵਰਗੇ ਸ਼ਹਿਰ ਵਿੱਚ ਇੱਕ ਸਟਰੀਟ ਦਾ ਨਾਮ ਗੁਰੂ ਨਾਨਕ ਵਿਲੇਜ ਵੇ ਗੁਰੂ ਨਾਨਕ ਪਥ ਵਜੋਂ ਰੱਖਿਆ ਜਾਣਾ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਿੱਖਿਆ ਹੈ ਉਹਦੇ ਤੇ ਅਸੀਂ ਸਾਨੂੰ ਚੱਲਣ ਲਈ ਹਮੇਸ਼ਾ ਸਿੱਖਿਆ ਮਿਲੇਗੀ ਹਮੇਸ਼ਾ ਸਾਨੂੰ ਉਤਸ਼ਾਹਨ ਮਿਲੇਗਾ ਉਹਨਾਂ ਦੇ ਕੋਈ ਮਤਲਬ ਕਿ ਉਹ ਆਬਵੀਅਸਲੀ ਫਾਊਂਡਰ ਤਾਂ ਸੀਗੇ ਹੀ ਸਾਡੇ ਸਿੱਖੀਜ਼ਮ ਦੇ ਪਰ ਜੋ ਉਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਪਰ ਨਾਲ ਹੀ ਜਿਹੜਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਹੈ ਜਿਹਦੇ ਲਈ ਸਾਡੀ ਸਰਕਾਰ ਦੀ ਬਹੁਤ ਜ਼ਿਆਦਾ ਕਮਿਟਮੈਂਟ ਰਹੀ ਹੈ ਫੰਡਿੰਗ ਰਹੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਨੂੰ ਉਵੇਂ ਦੀ ਸੇਵਾ ਮਿਲ ਸਕੇ ਜਿਵੇਂ ਦੇ ਉਹ ਹੱਕਦਾਰ ਹੈ ਕਲਚਰਲੀ ਸੈਂਸਿਟਿਵ ਸੇਵਾ ਬਹੁਤ ਖੁਸ਼ੀ ਹੋਈ ਅੱਜ ਮਿਨਿਸਟਰ ਆਫ ਹੈਲਥ ਏਡਰੀਅਨ ਡਿਕਸ ਇੱਥੇ ਮੌਜੂਦ ਹੈਗੇ ਹੈ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਸ ਪ੍ਰੋਜੈਕਟ ਦੇ ਵਿੱਚ ਬਾਕੀ ਸਾਰੇ ਸਰੀ ਦੇ ਐਮਐਲਏ ਜਿਨ੍ਹਾਂ ਨੇ ਐਡਵੋਕੇਸੀ ਕੀਤੀ ਹੈ ਪਲੱਸ ਪਿਕਸ ਤੇ ਸਿਟੀ ਆਫ ਸਰੀ ਉਹਨਾਂ ਦੀ ਮੈਂ ਬਹੁਤ ਧੰਨਵਾਦੀ ਹਾਂ ਕਿ ਅੱਜ ਦੇ ਦਿਨ ਨੂੰ ਉਹਨਾਂ ਨੇ ਰਿਐਲਿਟੀ ਬਣਾਇਆ Thank you so much, Rachna ji. Mr. McCallum, what you want to say to community? I just want to think it's a great day, a super day in Surrey to do this name, this sign under Guru Nanak. I'm so proud of our whole community that's come together to be able to put this sign up and be recognized. So I think it's a great day in Surrey. ਥੈਂਕ ਯੂ ਸੋ ਮਚ ਥੈਂਕ ਯੂ ਸੋ ਇੱਥੇ ਜਿਹੜੀ ਖੁਸ਼ੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਦੇਖੀ ਜਾ ਸਕਦੀ ਹੈ ਇੱਥੇ ਪਿਕਸ ਦੀ ਵੀ ਸਾਰੀ ਟੀਮ ਮੌਜੂਦ ਹੈ ਤੇ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡਾ ਇਹ ਤੋਹਫਾ ਜਿਹੜਾ ਹੈ ਮੰਨਿਆ ਜਾ ਸਕਦਾ ਹੈ ਮਨਦੀਪ ਨਾਗਰਾ ਜੀ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਕੋਸ਼ਿਸ਼ ਕਰਦੇ ਉਹਨਾਂ ਨਾਲ ਵੀ ਸਾਡੀ ਗੱਲ ਹੋ ਪਾਏ ਮਨਦੀਪ ਜੀ ਇੱਥੇ ਤੁਸੀਂ ਢੋਲ ਨਗਾੜੇ ਵਜਾ ਲਏ ਹੋਏ ਆ ਬਹੁਤ ਖੁਸ਼ੀ ਦੀ ਖਬਰ ਹੈ ਵਾਕਈ ਔਰ ਥੋੜੀ ਦੇਰ ਪਹਿਲਾਂ ਇੰਟਰਵਿਊ ਵੀ ਕੀਤੀ ਸੀ ਇਹਦੇ ਤੇ ਕਿੱਦਾਂ ਦਾ ਅੱਜ ਲੱਗ ਰਿਹਾ ਇਹ ਸਟਰੀਟ ਜਿਹੜੀ ਹੈ ਇਹਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਸਪੈਸ਼ਲੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਆ ਜਾਂਦਾ ਹੈ ਤਾਂ ਉਹ ਡਾਈਵਰਸਿਟੀ ਉਹ ਕਮਿਊਨਿਟੀ ਦੇ ਵਿੱਚ ਹਮਾਰਾ ਔਰ ਸਪੈਸ਼ਲੀ ਕਮਿਊਨਿਟੀ ਨੇ ਜਿਹੜਾ ਕੈਨੇਡਾ ਦੇ ਵਿੱਚ ਆਪਣੀ ਥਾਂ ਬਣਾਈ ਹੈ ਉਹ ਵੀ ਕਿਤੇ ਨਾ ਕਿਤੇ ਸਾਫ਼ ਦਿਖਾਈ ਦਿੰਦੀ ਹੈ ਜੀ ਬਿਲਕੁਲ ਮੇਰੇ ਵਾਸਤੇ ਪਰਸਨਲੀ ਆਲ ਬੀ ਓਨੈਸਟ ਬੜੀ ਇਮੋਸ਼ਨਲ ਮੂਮੈਂਟ ਸੀਗੀ ਜਦੋਂ ਮੈਂ ਗੁਰੂ ਨਾਨਕ ਦੇਵ ਜੀ ਦਾ ਉੱਥੇ ਨਾਮ ਦੇਖਿਆ 175 ਸਟਰੀਟ ਤੇ ਸੋ ਜਿੰਨਾ ਸਟਰਗਲ ਸਾਡੀ ਕਮਿਊਨਿਟੀ ਨੇ ਇੱਥੇ ਤੱਕ ਪਹੁੰਚਣ ਲਈ ਕੀਤਾ ਉਹ ਸਾਰਾ ਅੱਜ ਉਹਦੀ ਜਿਹੜੀ ਆ ਬੈਕ ਸਪੈਸ਼ ਸਾਰੀ ਅੱਖਾਂ ਦੇ ਸਾਹਮਣੇ ਆ ਰਹੀ ਆ ਕਿ ਅਸੀਂ ਕਿੱਥੋਂ ਸਟਾਰਟ ਹੋਏ ਸੀਗੇ ਅਸੀਂ ਬੈਕ ਜਦੋਂ ਸਾਡਾ ਕਾਮਾਗਾਟਾ ਮਾਰੂ ਜਿਹੜਾ ਸ਼ਿਪ ਆਇਆ ਸੀ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ ਉੱਥੋਂ ਅਸੀਂ ਉਸ ਦਿਨ ਤੋਂ ਚੱਲ ਕੇ ਅਸੀਂ ਅੱਜ ਇੱਥੇ ਕਿ ਸਟਰੀਟ ਦਾ ਨਾਂ ਗੁਰੂ ਨਾਨਕ ਵਿਲੇਜ ਵੇ ਤੇ ਉਹਦੇ ਉੱਪਰ ਜਿਹੜੀ ਇੱਕ ਬਿਲਡਿੰਗ ਬਣ ਰਹੀ ਆ ਸਟਰੀਟ ਤੇ ਉਹ ਪਿਕਸ ਜਿਹੜੇ ਸਾਡੇ ਆਪਣੇ ਫਿਊਚਰ ਸੀਨੀਅਰਸ ਆ ਉਹਨਾਂ ਨੂੰ ਸੰਭਾਲਣ ਵਾਸਤੇ ਸੋ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਪਾਸਟ ਨੂੰ ਐਕਨੋਲੇਜ ਕਰ ਰਹੇ ਹਾਂ ਅਸੀਂ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਹਾਂ ਨਾਲ ਦੀ ਨਾਲ ਅਸੀਂ ਆਪਣੇ ਫਿਊਚਰ ਲਈ ਕੰਸਰਨਡ ਹਾਂ ਸੋ ਮੈਨੂੰ ਲੱਗਦਾ ਕਿ ਕਮਿਊਨਿਟੀ ਦੀ ਜਿਹੜੀ ਇਹ ਗਰੋਥ ਹੋਈ ਆ ਕਮਿਊਨਿਟੀ ਦੀ ਜਿਹੜੀ ਡਾਇਰੈਕਸ਼ਨ ਹੈ ਬਹੁਤ ਪੋਜ਼ਿਟਿਵ ਡਾਇਰੈਕਸ਼ਨ ਹੈ ਸੋ ਬਹੁਤ ਅੱਜ ਚੰਗਾ ਮਹਿਸੂਸ ਹੋ ਰਿਹਾ ਜੀ ਥੈਂਕ ਯੂ ਸੋ ਮਚ ਥੈਂਕ ਯੂ ਗੱਲਬਾਤ ਕਰਨ ਦੇ ਲਈ ਸੋ ਕਮਿਊਨਿਟੀ ਲਈ ਇੱਕ ਚੰਗੀ ਗੱਲ ਵੀ ਮੰਨੀ ਜਾ ਰਹੀ ਹੈ ਔਰ ਸਾਰੇ ਇਸ ਟਾਈਮ ਖੁਸ਼ ਵੀ ਨੇ ਪਿਕਸ ਦੇ ਬਹੁਤ ਸਾਰੇ ਨੁਮਾਇੰਦੇ ਸਾਡੇ ਨਾਲ ਜੁੜੇ ਹੋਏ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪਿਕਸ ਦੇ ਨੁਮਾਇੰਦੇ ਉਹਨਾਂ ਚੋਂ ਕਿਸੇ ਨਾਲ ਸਾਡੀ ਗੱਲ ਹੋ ਸਕੇ ਤੇ ਸਪੈਸ਼ਲੀ ਇਹ ਤੋਹਫਾ ਮਿਲਣ ਤੇ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਜੀ ਪਿਕਸ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਇਹ ਵਿਲੇਜ ਦਾ ਜਿਹੜਾ ਅੱਜ ਹੈ ਉਦਘਾਟਨ ਕਰ ਦਿੱਤਾ ਗਿਆ ਸਟਰੀਟ ਦਾ ਨਾਮ ਰੱਖ ਦਿੱਤਾ ਗਿਆ ਜੀ ਬਿਲਕੁਲ ਸਾਨੂੰ ਬਹੁਤ ਖੁਸ਼ੀ ਹੈ ਔਰ ਇਹ ਬਹੁਤ ਲੰਬੇ ਚਿਰ ਤੋਂ ਇਹ ਇੱਕ ਵਿਜ਼ਨ ਸੀਗਾ ਪਿਕਸ ਦਾ ਮਿਸਟਰ ਚਰਨ ਗਿੱਲ ਸਾਡੇ ਜਿਹੜੇ ਫਾਊਂਡਰ ਸੀਗੇ ਉਹਨਾਂ ਦਾ ਮਿਸਟਰ ਸਤਬੀਰ ਚੀਮਾ ਜਿਹੜੇ ਕਰੰਟ ਸਾਡੇ CEO ਨੇ ਉਹਨਾਂ ਨੇ ਇਸ ਸੁਪਨੇ ਨੂੰ ਅੱਗੇ ਵਧਾਇਆ ਔਰ ਇਹ ਕਮਿਊਨਿਟੀ ਦੀ ਬਹੁਤ ਜ਼ਿਆਦਾ ਨੀਡ ਹੈ ਔਰ ਅਸੀਂ ਸਮਝਦੇ ਸੀ ਕਿਉਂਕਿ ਅਸੀਂ ਆਲਰੇਡੀ ਅਸਿਸਟਡ ਲਿਵਿੰਗ ਰਨ ਕਰਦੇ ਹਾਂ ਔਰ ਉਸ ਤੋਂ ਅਗਲਾ ਜਿਹੜਾ ਸਟੇਜ ਸੀਗਾ ਤਾਂ ਕਿ ਲੋਕਾਂ ਨੂੰ ਉਸੇ ਤਰ੍ਹਾਂ ਕਲਚਰਲੀ ਸੈਂਸਿਟਿਵ ਇਨਵਾਇਰਨਮੈਂਟ 'ਚ ਉਸੇ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਅਗਲਾ ਪੜਾਅ ਜਿਹੜਾ ਪੂਰਾ ਕਰਨ ਵਾਸਤੇ ਵੀ ਮੌਕਾ ਮਿਲੇ ਸੋ ਅਸੀਂ ਬਹੁਤ ਖੁਸ਼ ਹਾਂ ਬਹੁਤ ਧੰਨਵਾਦੀ ਹਾਂ ਸਿਟੀ ਆਫ ਸਰੀ ਦੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਕਿ ਉਹਨਾਂ ਨੇ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਸਾਡੀ ਮਦਦ ਕੀਤੀ ਔਰ ਅਸੀਂ ਅੱਜ ਇਸ ਨੂੰ ਸਾਕਾਰ ਹੁੰਦਾ ਦੇਖ ਰਹੇ ਹਾਂ ਔਰ ਸਿਟੀ ਆਫ ਸਰੀ ਨੇ ਇਸ ਸੜਕ ਦਾ ਨਾਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਰੱਖਿਆ ਉਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਔਰ ਬਹੁਤ ਧੰਨਵਾਦ ਉਹਨਾਂ ਦਾ ਵੀ ਥੈਂਕ ਯੂ ਵੈਰੀ ਮਚ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਲੋਕ ਜੁੜੇ ਤੇ ਇਹ ਵਾਕਈ ਹੁਣ ਸ਼ਾਇਦ ਜਦੋਂ ਤੁਸੀਂ ਕਲੋਵਰਡੇਲ ਨੂੰ ਇਸ ਸਟਰੀਟ ਨੂੰ ਆਉਣਾ ਯਾਨੀ ਕਿ 64 ਐਵੇਨਿਊ ਤੇ 175 ਇਹ ਸਟਰੀਟ ਤੇ ਤੁਸੀਂ ਆਓਗੇ ਤਾਂ ਤੁਹਾਨੂੰ ਇੱਥੇ ਦਾ ਜਿਹੜਾ ਸਾਈਨ ਬੋਰਡ ਹੈ ਉਹ ਗੁਰੂ ਨਾਨਕ ਜੀ ਦੇ ਨਾਮ ਦੇ ਉੱਤੇ ਲੱਗਿਆ ਦਿਖੇਗਾ ਇੱਕ ਵਾਰੀ ਤੁਸੀਂ ਫਿਰ ਤੋਂ ਇਸ ਸਾਈਨ ਨੂੰ ਦੇਖ ਸਕਦੇ ਹੋ ਇਸ ਸਟਰੀਟ ਨੂੰ ਪਛਾਣੋ ਕਿ ਜਦੋਂ ਤੁਸੀਂ ਆਣਾ ਤਾਂ ਤੁਹਾਡੀ ਗੱਡੀ ਇੱਥੇ ਰੁਕੇਗੀ ਜ਼ਰੂਰ ਕਿਉਂਕਿ ਇਹਦਾ ਉਦਘਾਟਨ ਜਿਹੜਾ ਅੱਜ ਹੀ ਕੀਤਾ ਗਿਆ BC ਸੈਂਟਰ ਫॉर ਐਗਰੀਟੈਕ ਇਨੋਵੇਸ਼ਨ ਦੇ ਵੱਲੋਂ ਨਵੇਂ ਸੈਂਟਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਸੂਬੇ ਨੂੰ ਖੇਤੀ
ਖੇਤੀਬਾੜੀ ਟੈਕਨੋਲੋਜੀ ਦੇ ਵਿੱਚ ਮੋਹਰੀ ਭੂਮਿਕਾ ਨਿਭਾਏਗਾ ਤੇ ਵਿਸ਼ਵ ਭਰ ਦੇ ਵਿੱਚ ਭੋਜਨ ਸੁਰੱਖਿਆ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਮਦਦ ਦੇਵੇਗਾ ਤੇ ਸੈਂਕੜੇ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਦੀ ਸਿਰਜਣਾ ਵੀ ਇਸ ਮੌਕੇ ਕੀਤੀ ਜਾਏਗੀ। ਇਹ ਨਵਾਂ ਸੈਂਟਰ SFU ਤੇ ਸਰੀ ਕੈਂਪਸ ਵਿਖੇ ਸਥਿਤ ਹੋਵੇਗਾ। ਵਿਸ਼ਵ ਭਰ ਦੇ ਵਿੱਚ ਸਪਲਾਈ ਚੇਨ ਹੌਲੀ ਹੋਣ ਕਾਰਨ ਭੋਜਨ ਦੀ ਢੋਆ ਢੁਆਈ ਦਾ ਘੱਟ ਹੋਣਾ ਇੱਕ ਵੱਡੀ ਪਰੇਸ਼ਾਨੀ ਬਣਿਆ, ਜਿਸ ਦੇ ਉੱਤੇ ਸੂਬੇ ਦੇ ਵੱਲੋਂ ਹੁਣ ਵਧੇਰੇ ਭੋਜਨ ਸੂਬੇ ਦੇ ਵਿੱਚ ਹੀ ਉਗਾਇਆ ਜਾਏਗਾ। ਨਵਾਂ BC ਸੈਂਟਰ ਫਾਰ ਐਗਰੀਟੈਕ ਇਨੋਵੇਸ਼ਨ ਸੂਬੇ ਨੂੰ ਖੇਤੀਬਾੜੀ ਟੈਕਨੋਲੋਜੀ ਵਿੱਚ ਵਿਸ਼ਵ ਮੋਹਰੀ ਵਜੋਂ ਸਥਾਪਿਤ ਕਰੇਗਾ, ਜਿਸ ਦੇ ਨਾਲ BC ਤੇ ਵਿਸ਼ਵ ਭਰ ਦੇ ਵਿੱਚ ਭੋਜਨ ਸੁਰੱਖਿਆ ਦੇ ਵਿੱਚ ਸੁਧਾਰ ਕਰਨ 'ਚ ਮਦਦ ਮਿਲੇਗੀ ਤੇ ਸੈਂਕੜੇ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਦੀ ਸਿਰਜਣਾ ਕੀਤੀ ਜਾਏਗੀ। ਸਟਰੋਂਗਰ BC ਆਰਥਿਕ ਯੋਜਨਾ ਦੀ ਇੱਕ ਪ੍ਰਮੁੱਖ ਵਚਨਬੱਧਤਾ ਦੇ ਅਧੀਨ ਨਵਾਂ ਸੈਂਟਰ ਸਾਈਮਨ ਫਰੇਜ਼ਰ ਯੂਨੀਵਰਸਿਟੀ ਯਾਨੀ SFU ਦੇ ਸਰੀ ਕੈਂਪਸ ਵਿਖੇ ਸਥਿਤ ਹੋਵੇਗਾ। ਸੈਂਟਰ ਵਧੇਰੇ ਲਾਭਕਾਰੀ, ਵੱਖ-ਵੱਖ ਅਤੇ ਮੁੜ ਉਭਰਨ ਦੀ ਸ਼ਕਤੀ ਰੱਖਦਿਆਂ ਭੋਜਨ ਸਪਲਾਈ ਚੇਨਾਂ ਦੀ ਸਿਰਜਣਾ ਕਰਨ ਲਈ ਅਕਾਦਮਿਕ, ਸਰਕਾਰੀ ਅਤੇ ਉਦਯੋਗਿਕ ਭਾਈਵਾਲਾਂ ਨੂੰ ਇਕੱਠੇ ਕਰੇਗਾ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੇ ਲਈ ਪਿਛਲੇ 2 ਸਾਲ ਚੁਣੌਤੀਪੂਰਨ ਰਹੇ ਨੇ, ਕਿਉਂਕਿ ਮਹਾਮਾਰੀ, ਜਲਵਾਯੂ ਨਾਲ ਸੰਬੰਧਿਤ ਐਮਰਜੈਂਸੀਆਂ ਤੇ ਕੌਮਾਂਤਰੀ ਟਕਰਾਅ ਨੇ ਸਪਲਾਈ ਚੇਨ ਨੂੰ ਭੰਗ ਕਰ ਦਿੱਤਾ ਹੈ ਤੇ ਭੋਜਨ ਦੀ ਕੀਮਤ ਦੇ ਵਿੱਚ ਵਾਧਾ ਕੀਤਾ ਹੈ। BC ਦੇ ਰੋਜ਼ਗਾਰ, ਆਰਥਿਕ ਮੁੜ ਬਹਾਲੀ ਤੇ ਨਵੀਨਕਾਰੀ ਮੰਤਰੀ ਰਵੀ ਕਾਲੋ ਨੇ ਕਿਹਾ ਹੈ, ਨਵੇਂ BC ਸੈਂਟਰ ਫਾਰ ਐਗਰੀਟੈਕ ਇਨੋਵੇਸ਼ਨ ਦੀ ਸ਼ੁਰੂਆਤ ਕਰਨ ਦੇ ਨਾਲ BC ਵਿੱਚ ਉਤਪਾਦਕਾਂ ਦੇ ਵਿੱਚ ਸੁਧਾਰ ਹੋਵੇਗਾ, ਜਿਸ ਦਾ ਮਤਲਬ ਹੈ ਕਿ ਵਧੇਰੇ ਭੋਜਨ ਘਰ ਦੇ ਨੇੜੇ ਉਗਾਇਆ ਜਾਵੇਗਾ, ਜਿਸ ਨਾਲ ਭੋਜਨ ਦੀ ਢੋਆ ਢੁਆਈ ਦੇ ਨਾਲ ਜੁੜੇ ਖਰਚੇ ਘੱਟ ਹੋਣਗੇ ਤੇ ਸਰਲ ਸ਼ਬਦਾਂ ਵਿੱਚ ਇਹ ਸੈਂਟਰ ਸਾਨੂੰ ਐਗਰੀਟੈਕ ਦੇ ਖੇਤਰ ਦੇ ਵਿੱਚ ਇੱਕ ਵਿਸ਼ਵ ਮੋਹਰੀ ਰੂਪ ਦੇ ਵਿੱਚ ਸਾਹਮਣੇ ਲਿਆਏਗਾ। ਸੂਬਾ ਸੈਂਟਰ ਵਾਸਤੇ 3 ਸਾਲਾਂ ਦੌਰਾਨ $6.5 ਮਿਲੀਅਨ ਤੱਕ ਦਾ ਨਿਵੇਸ਼ ਕਰ ਰਿਹਾ ਹੈ, ਜਦਕਿ ਫੈਡਰਲ ਸਰਕਾਰ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਕੈਨੇਡਾ ਰਾਹੀਂ 5 ਸਾਲਾਂ ਦੌਰਾਨ $10 ਮਿਲੀਅਨ ਤੱਕ ਪ੍ਰਦਾਨ ਕਰ ਰਹੀ ਹੈ। ਇਹ ਸੈਂਟਰ ਜੋ ਸਤੰਬਰ ਦੇ ਵਿੱਚ ਅਧਿਕਾਰਤ ਤੌਰ ਤੇ ਖੁੱਲ ਜਾਵੇਗਾ ਨੇ ਸੂਬੇ ਭਰ ਦੇ ਵਿੱਚ ਛੋਟੇ ਤੇ ਦਰਮਿਆਨੇ ਆਕਾਰ ਦੇ ਐਗਰੀਟੈਕ ਆਪਰੇਸ਼ਨਸ ਤੋਂ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹ ਸੈਂਟਰ ਫਾਰਮਾਂ ਨੂੰ ਵਪਾਰੀਕਰਨ ਦੇ ਲਈ ਤਿਆਰ ਹੋਣ ਲਈ ਬਨਾਵਟੀ ਤੇ ਅਸਲ ਸੰਸਾਰ ਦੇ ਵਾਤਾਵਰਨਾਂ ਦੇ ਵਿੱਚ ਹੱਲਾਂ ਨੂੰ ਵੀ ਵਿਕਸਿਤ ਕਰਨ, ਟੈਸਟ ਕਰਨ ਤੇ ਪਾਇਲਟਿੰਗ ਦੇ ਧਿਆਨ ਕੇਂਦਰਿਤ ਕਰੇਗਾ। ਸੈਂਟਰ ਦੇ ਮੁੱਖ ਟੀਚੇ ਹੋਣਗੇ ਇੰਡੀਜਨਸ ਯਾਨੀ ਕਿ ਮੂਲ ਵਾਸੀ ਲੋਕਾਂ ਲਈ ਆਰਥਿਕ ਮੌਕਿਆਂ ਦੀ ਸਿਰਜਣਾ ਕਰਨਾ, ਛੋਟੇ ਤੇ ਦਰਮਿਆਨੇ ਆਕਾਰ ਦੇ ਐਗਰੀਟੈਕ ਕਾਰੋਬਾਰਾਂ ਨੂੰ ਵਧਾਉਣ, ਮੁਨਾਫਿਆਂ ਵਿੱਚ ਵਾਧਾ ਕਰਨ ਤੇ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਦੀ ਸਿਰਜਣਾ ਕਰਨ 'ਚ ਮਦਦ ਕਰੇਗਾ। ਪੈਸੀਫਿਕਨ ਨਵੀਨਕਾਰੀ ਉਹਨਾਂ ਸਾਂਝੀਦਾਰੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ BC ਐਗਰੀਟੈਕ ਕੰਪਨੀਆਂ ਨੂੰ ਆਪਣੀ ਟੈਕਨੋਲੋਜੀ ਦਾ ਵਪਾਰੀਕਰਨ ਕਰਨ ਤੇ ਵਾਤਾਵਰਣ ਲਈ ਵਧੇਰੇ ਸਾਫ਼ ਤੇ ਵਧੇਰੇ ਉਤਪਾਦਕ ਖੇਤੀਬਾੜੀ, ਭੋਜਨ ਤੇ ਸਮੁੰਦਰੀ ਭੋਜਨ ਉਦਯੋਗਾਂ ਦੀ ਸਿਰਜਣਾ ਕਰਨ 'ਚ ਮਦਦ ਕਰਦੀ ਹੈ। ਦੱਸ ਦਈਏ ਕਿ ਵਿਕਾਸ ਵਾਲੇ ਉਦਯੋਗਾਂ ਜਿਵੇਂ ਕਿ ਐਗਰੀਟੈਕ ਖੇਤਰ ਵਿੱਚ ਕੀਤੇ ਜਾਣ ਵਾਲੇ ਨਿਵੇਸ਼, ਹੁਨਰਾਂ ਤੇ ਸਥਾਨਕ ਪ੍ਰਤਿਭਾ ਨੂੰ ਵਿਕਸਿਤ ਕਰਨ ਦੇ ਲਈ ਸਾਰੇ ਕਿਤੇ ਮਦਦ ਕੀਤੀ ਜਾ ਰਹੀ ਹੈ, ਜਿਸ ਨਾਲ ਬ੍ਰਿਟਿਸ਼ ਕੋਲੰਬੀਆ ਨੂੰ ਨਵੀਨਤਾਕਾਰੀ ਵਿੱਚ ਵਿਸ਼ਵ ਮੋਹਰੀ ਵਜੋਂ ਸਥਾਪਿਤ ਕੀਤਾ ਜਾਂਦਾ ਹੈ। ਇਸ ਨਿਵੇਸ਼ ਦੇ ਨਾਲ ਲਗਭਗ 200 ਨੌਕਰੀਆਂ ਪੈਦਾ ਹੋਣ ਤੇ 700 ਤੋਂ ਵੱਧ ਕਾਮਿਆਂ ਨੂੰ ਸਿਖਲਾਈ ਦੇਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ 2025 ਤੱਕ ਸੂਬੇ ਭਰ ਦੇ ਵਿੱਚ 30 ਨਵੇਂ ਐਗਰੀਟੈਕ ਪ੍ਰੋਜੈਕਟ ਸ਼ਾਮਿਲ ਕੀਤੇ ਜਾਣਗੇ ਤੇ SFU ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਥਾਮਸਨ ਰਿਜ਼ਰਵ ਯੂਨੀਵਰਸਿਟੀ ਆਫ ਨਾਰਦਰਨ BC ਅਤੇ ਵਿਕਟੋਰੀਆ ਯੂਨੀਵਰਸਿਟੀ ਸਮੇਤ BC ਦੀਆਂ ਵਿਸ਼ਵ ਪੱਧਰ ਪੋਸਟ ਸੈਕੰਡਰੀ ਸੰਸਥਾਵਾਂ ਦੇ ਹੁਨਰਾਂ ਦੀ ਵਰਤੋਂ ਕੀਤੀ ਜਾਏਗੀ। ਇਸ ਮੌਕੇ ਐਗਰੀਟੈਕ ਗ੍ਰਾਂਟ ਪ੍ਰੋਗਰਾਮਾਂ ਰਾਹੀਂ ਸੂਬੇ ਨੇ 21 ਐਗਰੀਟੈਕ ਕੰਪਨੀਆਂ ਨੂੰ ਉਤਪਾਦਕਾਂ ਤੇ ਭੋਜਨ ਸੁਰੱਖਿਆ ਦੇ ਵਿੱਚ ਸੁਧਾਰ ਕਰਨ ਲਈ ਟੈਕਨੋਲੋਜੀ ਵਿਕਸਿਤ ਕਰਨ ਦੇ ਵਿੱਚ ਮਦਦ ਕਰਨ ਲਈ $7.5 ਮਿਲੀਅਨ ਪ੍ਰਦਾਨ ਕੀਤੇ ਨੇ। ਇਸ ਸਾਲ ਕਾਲੋ ਤੇ ਟਰੰਪ ਨੇ BC ਅਤੇ ਨੀਦਰਲੈਂਡ ਦੇ ਵਿੱਚ ਖੇਤੀਬਾੜੀ ਦੇ ਮੌਕਿਆਂ ਨੂੰ ਵਿਕਸਿਤ ਕਰਕੇ ਬ੍ਰਿਟਿਸ਼ ਕੋਲੰਬੀਆ ਦੀ ਭੋਜਨ ਸਪਲਾਈ ਨੂੰ ਹੋਰ ਸੁਰੱਖਿਅਤ ਕਰਨ 'ਚ ਮਦਦ ਕਰਨ ਲਈ ਦੋਵਾਂ ਅਧਿਕਾਰ ਖੇਤਰਾਂ ਵਿਚਕਾਰ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਹ ਕਾਰਜ ਯੋਜਨਾ BC ਤੇ ਨੀਦਰਲੈਂਡ ਦੇ ਵਿੱਚ ਸਰਕਾਰਾਂ, ਵਿਗਿਆਨ ਤੇ ਅਕਾਦਮਿਕ ਪ੍ਰਣਾਲੀਆਂ ਤੇ ਕੰਪਨੀਆਂ ਦੇ ਵਿਚਕਾਰ ਹੋਰ ਸਹਿਯੋਗ ਲਈ ਵਿਸ਼ੇਸ਼ ਰਣਨੀਤੀਆਂ ਤੇ ਧਿਆਨ ਕੇਂਦਰਿਤ ਕਰਦੀ ਹੈ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਦੇ ਵੱਲੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਇੱਕ ਕਰਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਮੀਗ੍ਰੇਸ਼ਨ ਡਿਟੇਨੀਜ਼ ਨੂੰ ਪ੍ਰੋਵਿੰਸ਼ੀਅਲ ਕਰੈਕਸ਼ਨਲ ਸੈਂਟਰਸ ਦੇ ਵਿੱਚ ਰੱਖਿਆ ਜਾਂਦਾ ਸੀ। ਹੁਣ BC ਦਾ ਇਹ ਕਹਿਣਾ ਹੈ ਕਿ ਇਹ ਕਰਾਰ ਸੂਬੇ ਦੇ ਮਨੁੱਖੀ ਅਧਿਕਾਰਾਂ ਸੰਬੰਧੀ ਸਟੈਂਡ ਨਾਲ ਮੇਲ ਨਹੀਂ ਖਾਂਦਾ। ਪਿਛਲੇ ਕਾਫੀ ਸਮੇਂ ਤੋਂ CBSA ਦੇ ਨਾਲ ਇਮੀਗ੍ਰੇਸ਼ਨ ਨਜ਼ਰਬੰਦੀ ਦੇ ਪ੍ਰਬੰਧਾਂ ਨੂੰ ਖਤਮ ਕਰਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਜਿਸ ਤੇ ਸੂਬਾ CBSA ਦੇ ਨਾਲ ਆਪਣਾ ਹੁਣ ਪ੍ਰਬੰਧ ਖਤਮ ਕਰ ਰਿਹਾ ਹੈ। BC ਕਰੈਕਸ਼ਨਸ CBSA ਨੂੰ 12 ਮਹੀਨਿਆਂ ਦਾ ਲਿਖਤੀ ਨੋਟਿਸ ਦੇਵੇਗੀ, ਜਿਵੇਂ ਕਿ ਮੌਜੂਦਾ ਪ੍ਰਬੰਧਾਂ ਦੀ ਮੰਗ ਹੈ। ਆਓ ਦੇਖਦੇ ਹਾਂ ਇਸ ਸੰਬੰਧੀ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਰਨਲ ਦਾ ਕੀ ਕੁਝ ਕਹਿਣਾ ਹੈ।
ਮਿਨਿਸਟਰ ਆਫ ਪਬਲਿਕ ਸੇਫਟੀ ਐਂਡ ਸੋਲਿਸਿਟਰ ਜਨਰਲ ਮਾਈਕ ਫਰਨਵਰਥ ਨੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਹੇਠ ਨਜ਼ਰਬੰਦ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਸੰਭਾਲ ਦੇ ਸੰਬੰਧ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਯਾਨੀ CBSA ਨਾਲ BC ਕਰੈਕਸ਼ਨਸ ਦੇ ਵੱਲੋਂ ਆਪਣਾ ਪ੍ਰਬੰਧ ਖਤਮ ਕਰਨ ਬਾਰੇ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਸਾਲ 2021 ਦੀ ਫਾਲ ਦੇ ਉੱਤੇ ਉਹ ਸੂਬੇ ਦੇ ਕਰੈਕਸ਼ਨ ਸੈਂਟਰਾਂ ਦੇ ਵਿੱਚ ਇਮੀਗ੍ਰੇਸ਼ਨ ਕੈਦੀਆਂ ਨੂੰ ਰੱਖਣ ਬਾਰੇ CBSA ਦੇ ਨਾਲ BC ਕਰੈਕਸ਼ਨਸ ਦੇ ਪ੍ਰਬੰਧ ਬਾਰੇ ਰਿਵਿਊ ਕਰਨ ਦਾ ਵਾਅਦਾ ਉਹਨਾਂ ਕੀਤਾ ਸੀ। ਇਸ ਰਿਵਿਊ ਨੇ ਪ੍ਰਬੰਧਾਂ ਦੇ ਸਾਰੇ ਪੱਖਾਂ ਤੇ ਵਿਚਾਰ ਕੀਤਾ ਹੈ, ਜਿਸ ਵਿੱਚ ਲੋਕਾਂ ਦੀ ਸੇਫਟੀ ਤੇ ਇਸ ਦਾ ਅਸਰ ਵੀ ਸ਼ਾਮਿਲ ਸੀ ਅਤੇ ਇਹ ਵੀ ਕਿ ਕੀ ਇਹ ਕੈਦੀਆਂ ਦੇ ਨਾਲ ਸਲੂਕ ਬਾਰੇ ਯੂਨਾਈਟਿਡ ਨੇਸ਼ਨਸ ਸਟੈਂਡਰਡਸ ਦੇ ਘੱਟੋ-ਘੱਟ ਨਿਯਮ ਅਤੇ ਕੈਨੇਡੀਅਨ ਅਦਾਲਤਾਂ ਵੱਲੋਂ ਤੈਅ ਕੀਤੀਆਂ ਗਈਆਂ ਉਮੀਦਾਂ ਨਾਲ ਮੇਲ ਖਾਂਦਾ ਹੈ। ਰਿਵਿਊਜ਼ ਦੇ ਹਿੱਸੇ ਵਜੋਂ BC ਕਰੈਕਸ਼ਨਸ ਨੇ ਹਿੱਤ ਰੱਖਣ ਵਾਲੀਆਂ ਕਈ ਬਾਹਰੀ ਧਿਰਾਂ ਅਤੇ ਹਮਾਇਤੀ ਗਰੁੱਪਾਂ ਜਿਨ੍ਹਾਂ ਵਿੱਚ ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵੀ ਸ਼ਾਮਿਲ ਨੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀ ਰਾਏ ਨੂੰ ਸ਼ਾਮਿਲ ਕੀਤਾ। ਰਿਵਿਊ ਨੇ ਇਹ ਸਾਹਮਣੇ ਲਿਆਂਦਾ ਹੈ ਕਿ ਇਸ ਪ੍ਰਬੰਧ ਦੇ ਪੱਖ ਮਨੁੱਖੀ ਹੱਕਾਂ ਦੇ ਮਿਆਰਾਂ ਨੂੰ ਕਾਇਮ ਰੱਖਣ ਦੀ ਸਾਡੀ ਸਰਕਾਰ ਦੀ ਵਚਨਬੱਧਤਾ ਜਾਂ ਸਮਾਜਿਕ ਇਨਸਾਫ ਅਤੇ ਹਰ ਇੱਕ ਲਈ ਨਿਆਂ ਦੀ ਪੈਰਵੀ ਕਰਨ ਦੇ ਸਾਡੇ ਸਮਰਪਣ ਦੇ ਨਾਲ ਮੇਲ ਨਹੀਂ ਖਾਂਦੇ। ਇਹਨਾਂ ਨਤੀਜਿਆਂ ਦੇ ਮੱਦੇਨਜ਼ਰ ਸੂਬਾ CBSA ਨਾਲ ਆਪਣਾ ਪ੍ਰਬੰਧ ਖਤਮ ਕਰ ਰਿਹਾ ਹੈ। BC ਕਰੈਕਸ਼ਨਸ CBSA ਨੂੰ 12 ਮਹੀਨਿਆਂ ਦਾ ਲਿਖਤੀ ਨੋਟਿਸ ਦੇਵੇਗੀ, ਜਿਵੇਂ ਕਿ ਮੌਜੂਦਾ ਪ੍ਰਬੰਧ ਮੰਗ ਕਰਦਾ ਹੈ। BC ਕਰੈਕਸ਼ਨਸ ਤਬਦੀਲੀ ਦੀ ਅਜਿਹੀ ਸੁਰੱਖਿਅਤ ਅਤੇ ਕਾਰਗਰ ਪਲਾਨ ਤਿਆਰ ਕਰਨ ਦੇ ਲਈ CBSA ਨਾਲ ਕੰਮ ਕਰਨ ਲਈ ਵਚਨਬੱਧ ਹੈ, ਜਿਹੜੀ ਲੋਕਾਂ ਦੀ ਸੇਫਟੀ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਅਕਤੀਆਂ ਦੇ ਹੱਕਾਂ ਨੂੰ ਸੁਰੱਖਿਅਤ ਕਰਦੀ ਹੈ ਤੇ ਉਹਨਾਂ ਦੀ ਰਖਵਾਲੀ ਵੀ ਕਰਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਗੈਸ ਦੀਆਂ ਕੀਮਤਾਂ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਘੱਟ ਹੋਣ ਦੇ ਅਸਾਰ ਨਜ਼ਰ ਆ ਰਹੇ ਨੇ। ਜਿੱਥੇ ਇੱਕ ਪਾਸੇ ਲੋਕ ਆਪਣੇ ਟੈਂਕ ਫੁੱਲ ਕਰਵਾਉਣ ਦਾ ਸੋਚ ਰਹੇ ਨੇ, ਉਹ ਰੁਕ ਜਾਣ, ਉਹ ਸ਼ਨੀਵਾਰ ਤੱਕ ਦਾ ਇੰਤਜ਼ਾਰ ਕਰਨ, ਕਿਉਂਕਿ ਸ਼ਨੀਵਾਰ ਨੂੰ ਹੋ ਸਕਦਾ ਹੈ ਤੁਹਾਡੇ ਇਲਾਕੇ ਦੇ ਵਿੱਚ ਵੀ ਗੈਸ ਦੀ ਕੀਮਤ ਜਿਹੜੀ ਹੈ ਉਹ ਘੱਟ ਹੋ ਸਕਦੀ ਹੈ। ਕੁਝ ਥਾਵਾਂ ਤੇ ਫਿਊਲ ਦੀ ਘੱਟ ਮੰਗ ਇਸ ਕਟੌਤੀ ਦਾ ਕਾਰਨ ਮੰਨੀ ਜਾ ਰਹੀ ਹੈ। ਹਾਲਾਂਕਿ ਫੈਡਰਲ ਸਰਕਾਰ ਨੇ ਉਦੋਂ ਤੋਂ ਗੈਸ ਦੀਆਂ ਕੀਮਤਾਂ ਨੂੰ ਹੱਲ ਕਰਨ ਦੇ ਲਈ ਕੋਈ ਸਿੱਧੇ ਕਦਮ ਜਿਹੜੇ ਉਹ ਨਹੀਂ ਚੁੱਕੇ ਹੈ। ਕੈਨੇਡੀਅਨ ਡਰਾਈਵਰਾਂ ਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਪੰਪਾਂ ਤੇ ਕੁਝ ਹੋਰ ਰਾਹਤ ਮਿਲ ਸਕਦੀ ਹੈ। ਕੈਲੀਬ੍ਰੇਟ ਦੇ ਸਲਾਹਕਾਰ ਪੌਲ ਪਾਸਕੋ ਮੁਤਾਬਕ ਗੈਸ ਦੀਆਂ ਕੀਮਤਾਂ ਹੇਠਾਂ ਜਾ ਰਹੀਆਂ ਨੇ, ਜਿਵੇਂ ਕਿ ਦੇਸ਼ ਭਰ ਦੇ ਸਟੇਸ਼ਨਾਂ ਤੇ ਤਾਇਨਾਤ ਕੁਝ ਅੰਕੜੇ ਸਪਸ਼ਟ ਨੇ। ਇਹ ਪਿਛਲੇ ਕਈ ਮਹੀਨਿਆਂ ਦੌਰਾਨ ਦੇਸ਼ ਵਿਆਪੀ ਖੇਤਰਾਂ ਦੇ ਰਿਕਾਰਡ ਉੱਚ ਅਨੁਭਵ ਤੋਂ ਬਾਅਦ ਆਇਆ ਹੈ। ਉਹਨਾਂ ਕਿਹਾ ਹੈ ਕਿ ਅਜੇ ਰਾਹਤ ਕਿੰਨੀ ਔਖੀ ਹੈ ਇਹ ਤਾਂ ਨਹੀਂ ਪਤਾ, ਪਰ ਥੋੜੀ ਰਾਹਤ ਇਸ ਨਾਲ ਜ਼ਰੂਰ ਮਿਲੀ ਹੈ, ਕਿਉਂਕਿ ਉੱਚੀਆਂ ਕੀਮਤਾਂ ਨੇ ਲੋਕਾਂ ਦੀ ਗੱਡੀ ਚਲਾਉਣ ਦੀ ਇੱਛਾ ਨੂੰ ਥੋੜਾ ਜਿਹਾ ਦੂਰ ਕਰ ਦਿੱਤਾ ਹੈ ਤੇ ਅਸੀਂ ਬਹੁਤ ਜ਼ਿਆਦਾ ਟ੍ਰੈਫਿਕ ਨਹੀਂ ਦੇਖ ਰਹੇ ਹਾਂ। ਪਾਸਕੋ ਕੀਮਤਾਂ ਦੇ ਵਿੱਚ ਤਬਦੀਲੀ ਦਾ ਕਾਰਨ ਕੁਝ ਥਾਵਾਂ ਤੇ ਫਿਊਲ ਦੀ ਘੱਟ ਮੰਗ ਮੰਨਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਵਸਤੂਆਂ ਦੇ ਵਿੱਚ ਇੱਕ ਨਿਰਮਾਣ ਦੇਖਿਆ ਜਿਸ ਨਾਲ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆ ਰਹੀ ਹੈ, ਜਦੋਂ ਕਿ ਉਹ ਥੋੜੇ ਸਮੇਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਥੋੜੀ ਜਿਹੀ ਗਿਰਾਵਟ ਜਾਰੀ ਰੱਖਣ ਦੀ ਭਵਿੱਖਬਾਣੀ ਕਰਦੇ ਨੇ। ਪਾਸਕੋ ਦਾ ਕਹਿਣਾ ਹੈ ਕਿ ਚੀਜ਼ਾਂ ਲੰਮੇ ਸਮੇਂ ਦੇ ਮੁਕਾਬਲੇ ਸਥਿਰ ਰਹਿਣਗੀਆਂ। ਕੁਝ ਸੂਬਿਆਂ ਨੇ ਪਿਛਲੇ ਕਈ ਮਹੀਨਿਆਂ ਤੋਂ ਵਧਦੀਆਂ ਕੀਮਤਾਂ ਦੇ ਵਿਚਕਾਰ ਡਰਾਈਵਰਾਂ ਨੂੰ ਰਾਹਤ ਦੇਣ ਲਈ ਆਪਣੇ ਤੌਰ ਤੇ ਉਪਾਅ ਕੀਤੇ ਨੇ। ਜੂਨ ਦੇ ਵਿੱਚ ਫੈਡਰਲ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਗੈਸ ਟੈਕਸਾਂ ਨੂੰ ਘਟਾਉਣ ਦੇ ਵਿਕਲਪ ਤੇ ਦਰਵਾਜ਼ਾ ਬੰਦ ਨਹੀਂ ਕਰ ਰਹੀ ਹੈ, ਕਿਉਂਕਿ ਕੈਨੇਡੀਅਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਅਸੀਂ ਕਿਫਾਇਤੀ ਚੁਣੌਤੀਆਂ ਨੂੰ ਦੇਖਣ ਜਾ ਰਹੇ ਹਾਂ, ਜਿਨ੍ਹਾਂ ਦਾ ਕੈਨੇਡੀਅਨ ਪਰਿਵਾਰ ਬਹੁਤ ਧਿਆਨ ਦੇ ਨਾਲ ਸਾਹਮਣਾ ਕਰ ਰਹੇ ਨੇ ਤੇ ਜੇ ਲੋੜ ਪਈ ਤਾਂ ਅਸੀਂ ਹੋਰ ਕਰਨ ਲਈ ਤਿਆਰ ਹਾਂ। ਹਾਲਾਂਕਿ ਫੈਡਰਲ ਸਰਕਾਰ ਨੇ ਉਦੋਂ ਤੋਂ ਗੈਸ ਦੀਆਂ ਕੀਮਤਾਂ ਨੂੰ ਹੱਲ ਕਰਨ ਲਈ ਕੋਈ ਸਿੱਧੇ ਕਦਮ ਨਹੀਂ ਚੁੱਕੇ ਨੇ ਤੇ ਇਸ ਦੌਰਾਨ ਪਾਸਕੋ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਵਿੱਚ ਕੀਮਤਾਂ ਕਿੰਨੀਆਂ ਘਟਣਗੀਆਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੁਸੀਂ ਕਿੱਥੇ ਦੇ ਹੋ। ਦੇਸ਼ ਦੇ ਕੁਝ ਹਿੱਸਿਆਂ ਨੇ ਹੋਰਾਂ ਨਾਲੋਂ ਵੀ ਵੱਡੀ ਗਿਰਾਵਟ ਦੇਖੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹਦੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਇੱਕ ਖਬਰ ਤੇ ਇਹ ਆ ਜੀ ਵੀ ਅਲਬਰਟਾ ਦੇ ਵਿੱਚ ਨਾ ਜਿਹੜੇ ਲੋਕੀ ਡਾਇਬੀਟੀਜ਼ ਦੇ ਨਾਲ ਪ੍ਰਭਾਵਿਤ ਆ ਉਹਨਾਂ ਲਈ ਪਿੱਛੇ ਜਿਹੇ ਖਾਸ ਕਰਕੇ ਟਾਈਪ 1 ਦੇ ਨਾਲ ਉਹਨਾਂ ਲਈ ਪਿੱਛੇ ਜਿਹੇ ਸਰਕਾਰ ਨੇ ਕਿਹਾ ਸੀਗਾ ਕਿ ਜਿਹੜੇ ਇਨਸੂਲਿਨ ਦੇ ਪੰਪ ਹੁੰਦੇ ਆ ਤੇ ਜਾਂ ਉਹਦੇ ਨਾਲ ਹੋਰ ਰਿਲੇਟਡ ਜਿਹੜਾ ਮਟੀਰੀਅਲ ਆ ਉਹਨੂੰ ਸਰਕਾਰ ਫੰਡ ਨਹੀਂ ਕਰੇਗੀ। ਇਹ ਚੇਂਜਸ ਅਗਸਤ ਪਹਿਲੀ ਤੋਂ ਸ਼ੁਰੂ ਹੋਣੀਆਂ ਸੀਗੀਆਂ, ਪਰ ਲੋਕਾਂ ਨੇ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਕੋਈ 4000 ਦੇ ਕਰੀਬ ਵਿਅਕਤੀ ਨੇ ਜੀ ਜਿਹੜੇ ਇਸ ਗੱਲ ਦੇ ਨਾਲ ਪ੍ਰਭਾਵਿਤ ਆ। ਉਹਨਾਂ ਲੋਕਾਂ ਨੇ ਔਰ ਨਾਲ ਉਹਨਾਂ ਦੇ ਪਰਿਵਾਰ ਦੋਸਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਆਖਿਰਕਾਰ ਸਰਕਾਰ ਨੇ ਫਿਰ ਕੱਲ੍ਹ ਜਿਹੜਾ ਜੀ ਹੁਣ ਇਹ ਮੰਨ ਲਿਆ ਭਈ ਸਰਕਾਰ ਉਹ ਕੰਟੀਨਿਊ ਰੱਖੇਗੀ। ਜਿਹੜੇ ਇਨਸੂਲਿਨ ਪੰਪਸ ਤੇ ਹੋਰ ਉਹਦੇ ਨਾਲ ਜਿਹੜਾ ਮਟੀਰੀਅਲ ਆਉਂਦਾ ਸਪਲਾਈਜ਼ ਉਹਨਾਂ ਨੂੰ ਫੰਡ ਕਰਦੀ ਰਹੇਗੀ।
ਜੇਸਨ ਕੌਪਿੰਗ ਜਿਹੜੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਕਿਹਾ ਕਿ ਜਦੋਂ ਇਹ ਗੱਲਬਾਤ ਪਹਿਲਾਂ ਕੀਤੀ ਗਈ ਸੀ ਉਹਨੂੰ ਵਿਸ਼ਾਲਤਾ ਦੇ ਨਾਲ ਨਹੀਂ ਸੀ ਦੇਖਿਆ ਗਿਆ ਕਿ ਉਹਦੇ ਨਾਲ ਓਵਰਆਲ ਇੰਪੈਕਟ ਇਸ ਗੱਲ ਦਾ ਕੀ ਪਏਗਾ। ਤੇ ਹੁਣ ਉਹ ਕਹਿੰਦੇ ਵੀ ਅਸੀਂ ਕੰਪਨੀਆਂ ਦੇ ਨਾਲ ਮੁੜ ਕੇ ਨੈਗੋਸ਼ੀਏਟ ਕਰ ਰਹੇ ਆ ਜਿਨ੍ਹਾਂ ਤੋਂ ਪੰਪ ਜਾਂ ਸਪਲਾਈਜ਼ ਲੈ ਜਾਂਦੇ ਆ, ਤੇ ਉਹ ਕਹਿੰਦੇ ਵੀ ਅਸੀਂ ਕੰਟੀਨਿਊ ਰੱਖਾਂਗੇ ਰਾਦਰ ਦੈਨ ਵੀ ਉਸ ਚੀਜ਼ ਨੂੰ ਜਿਹੜੇ ਐਮਪਲੋਇਰ ਸੀਗੇ ਉਹਨਾਂ ਦੇ ਬੈਨੀਫਿਟ ਪ੍ਰੋਗਰਾਮ ਤੇ ਪਾਉਣ ਤੋਂ ਜਾਂ ਬਲੂ ਕ੍ਰਾਸ ਦੇ ਉੱਤੇ ਉਹ ਭਾਰ ਵਧਾਉਣ ਵਾਲੀ ਗੱਲ ਕਰਨੀ ਸੀ, ਉਹ ਹੁਣ ਸਰਕਾਰ ਨਹੀਂ ਕਰੇਗੀ। ਔਰ ਲੋਕੀ ਜਿਹੜੇ ਨੇ ਜਾਂ ਜਿਹੜੇ ਪੇਸ਼ੈਂਟ ਯੂਜ਼ ਕਰਦੇ ਸੀਗੇ ਪੰਪ ਇਨਸੂਲਿਨ ਦੇ, ਉਹ ਸਾਰੇ ਇਸ ਗੱਲ ਦੇ ਨਾਲ ਹੁਣ ਥੋੜ੍ਹੀ ਜਿਹੀ ਉਹਨਾਂ ਨੂੰ ਰਾਹਤ ਮਿਲੀ ਆ। ਨਹੀਂ ਤਾਂ ਉਹਨਾਂ ਨੂੰ ਅਗਸਤ 1 ਤੋਂ ਜਿਹੜੇ ਸੀ ਜੀ ਖੁਦ ਇਹਨਾਂ ਚੀਜ਼ਾਂ ਦੇ ਪੈਸੇ ਦੇਣੇ ਪੈਣੇ ਸੀ ਜਾਂ ਇੰਸ਼ੋਰੈਂਸ ਕੰਪਨੀਆਂ ਦਿੰਦੀਆਂ। ਸੋ ਇਸ ਗੱਲੋਂ ਉਹ ਕਹਿੰਦੇ ਜੀ ਵੀ ਦੇਖੋ ਸਰਕਾਰ ਨੂੰ ਇਹ ਗੱਲਬਾਤ ਪਹਿਲਾਂ ਹੀ ਜਿਹੜੀ ਹੈ ਲੋਕਾਂ ਦੀ ਸੁਣ ਲੈਣੀ ਚਾਹੀਦੀ ਸੀ, ਪਰ ਹੁਣ ਸਰਕਾਰ ਇੱਕ ਗਾਹਾਂ ਲਈ ਇੱਕ ਕਮੇਟੀ ਬਣਾ ਰਹੀ ਆ ਔਰ ਉਹ ਕਮੇਟੀ ਜਿਹੜੀ ਆ ਗੱਲਬਾਤ ਕਰਕੇ ਜਿਹੜੀਆਂ ਵੀ ਲੋੜਾਂ ਹੋਣਗੀਆਂ ਉਹਨਾਂ 'ਤੇ ਗਾਹਾਂ ਵਿਚਾਰ ਵਟਾਂਦਰਾ ਕਰੇਗੀ। ਤੇ NDP ਦਾ ਕਹਿਣਾ ਆ ਕਿ ਜਿਹੜੇ ਉਸ ਕਮੇਟੀ ਦੇ ਮੈਂਬਰ ਬਣਾਏ ਜਾਣੇ ਨੇ ਉਹਨਾਂ ਦੇ ਵਿੱਚੋਂ ਪੇਸ਼ੈਂਟਸ, ਡਾਕਟਰ ਤੇ ਉਹਨਾਂ ਲੋਕਾਂ ਦੇ ਜਿਹੜੇ ਹੋਰ ਮਾਹਰ ਨੇ ਇਹਨਾਂ ਚੀਜ਼ਾਂ ਵਿੱਚ, ਉਹਨਾਂ ਨੂੰ ਲੈਣਾ ਚਾਹੀਦਾ। ਔਰ ਦੂਸਰੀ ਖਬਰ ਇਹ ਆ ਰਹੀ ਹੈ ਜੀ ਵੀ ਅਲਬਰਟਾ ਦੇ ਨਾ ਛੋਟੀ ਇੱਕ ਹੈਮਲਟ ਹੈਗੀ ਆ ਨੌਰਡੈਗ ਅਲਬਰਟਾ, ਉੱਥੇ ਅੱਗਾਂ ਲੱਗੀਆਂ ਹੋਈਆਂ ਨੇ, ਜੰਗਲੀ ਅੱਗਾਂ ਪਿਛਲੇ ਦਿਨਾਂ ਤੋਂ ਆਰੰਭ ਹੋਈਆਂ। ਪਹਿਲਾਂ ਉਹਨਾਂ ਦਾ ਖੇਤਰਫਲ ਜਿਹੜਾ ਸੀਗਾ ਕੋਈ 200 ਦੇ ਹੈਕਟੇਅਰ ਦੇ ਕਰੀਬ ਸੀਗਾ, ਪਰ ਆ ਰਾਤੋਂ ਰਾਤ ਕੱਲ੍ਹ 366 ਹੈਕਟੇਅਰ ਹੋ ਗਿਆ ਔਰ ਅੱਗ ਬਲ ਰਹੀ ਆ। ਇਸ ਕਰਕੇ ਉੱਥੇ ਇਵੈਕੂਏਸ਼ਨ ਦੇ ਆਰਡਰ ਜਿਹੜੇ ਜੀ ਉਹ ਕਰ ਦਿੱਤੇ ਗਏ ਨੇ ਔਰ ਜਿਹੜੀਆਂ ਹੋਰ ਨੇੜੇ ਤੇੜੇ ਦੀਆਂ ਉੱਥੇ ਜਿਵੇਂ ਸਨੋ ਕ੍ਰੀਕ ਪ੍ਰੋਵਿੰਸ਼ੀਅਲ ਰਿਕ੍ਰੀਏਸ਼ਨ ਏਰੀਆ ਹੈ, ਡਰਾਈ ਹੇਵਨ ਪ੍ਰੋਵਿੰਸ਼ੀਅਲ ਰਿਕ੍ਰੀਏਸ਼ਨ ਏਰੀਆ, ਸੈਂਟਰ ਫਾਰ ਆਊਟਡੋਰ ਐਜੂਕੇਸ਼ਨ, ਫਿਸ਼ ਲੇਕ ਪ੍ਰੋਵਿੰਸ਼ੀਅਲ ਰੈਕ ਏਰੀਆ, ਫਰੰਟੀਅਰ ਲੌਜ ਤੇ ਗੋਲਦਾਈ ਲੇਕ ਰੈਕ ਏਰੀਆ, ਉਹਨਾਂ ਸਾਰਿਆਂ ਨੂੰ ਜਿਹੜੇ ਜੀ ਇਹ ਆਰਡਰ ਦਿੱਤੇ ਗਏ ਨੇ ਜਾਂ ਕਹਿ ਲਓ ਵੀ ਨੋਟਿਸ ਭੇਜ ਦਿੱਤੇ ਗਏ ਕਿ ਭਾਈ ਕਿਸੇ ਵਕਤ ਵੀ ਤੁਹਾਨੂੰ ਇਵੈਕੂਏਟ ਕਰਨਾ ਪੈ ਸਕਦਾ ਹੈ। ਕਿਉਂਕਿ ਜਦੋਂ ਉਹਨਾਂ ਨੇ ਜਾਇਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਵੀ ਕਿੰਨੀ ਕੁ ਜਗ੍ਹਾ ਦੇ ਵਿੱਚ ਟੋਟਲ ਇਹ ਅੱਗ ਲੱਗੀ ਹੋਈ ਆ, ਤੇ ਉੱਥੋਂ ਉਹ ਕਹਿ ਰਿਹਾ ਜੀ ਵੀ ਕਿਉਂਕਿ ਧੂੰਆਂ ਵਗੈਰਾ ਜਿਹੜਾ ਉਹਦਾ ਕਰਕੇ ਉਹ ਕੰਮਕਾਰ ਉਹਨਾਂ ਦਾ ਹੋ ਨਹੀਂ ਸਕਿਆ, ਪਰ ਲੋਕਾਂ ਲਈ ਉਹਨਾਂ ਨੇ ਇਹ ਆਰਡਰ ਜਿਹੜੇ ਆ ਜੀ ਉਹ ਜਾਰੀ ਕਰ ਦਿੱਤੇ ਆ ਕਿ ਭਾਈ ਤੁਸੀਂ ਤਿਆਰ ਰਹੋ। ਕੁਝ ਥਾਵਾਂ 'ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਆਲਰੇਡੀ ਚਲੇ ਜਾਓ, ਕੁਝ ਇੱਕ ਨੂੰ ਕਿਹਾ ਵੀ ਤੁਸੀਂ ਤਿਆਰ ਰਹੋ, ਕਿਸੇ ਵਕਤ ਵੀ ਤੁਹਾਨੂੰ ਉੱਥੋਂ ਇਵੈਕੂਏਟ ਕਰਨਾ ਪੈ ਸਕਦਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।